ਧੰਨ ਧੰਨ ਰਾਮਦਾਸ ਬੋੜੇ ਜਿਨ ਸੇ ਆਤਨੇ ਸਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਦੇ ਵਾਸੀ ਸ੍ਰੀ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਪੰਜਾਬੀ ਸੱਭਿਆਚਾਰ ਵਿੱਚ ਪਲੇਠੇ ਭਾਵ ਕਿ ਪਹਿਲੇ ਪੁੱਤਰ ਨੂੰ ਜੇਠਾ ਪੁੱਤਰ ਵੀ ਕਿਹਾ ਜਾਂਦਾ ਹੈ। ਮਾਪਿਆਂ ਨੇ ਪੁੱਤਰ ਦਾ ਨਾਂ ਭਾਵੇਂ ਰਾਮਦਾਸ ਰੱਖਿਆ, ਪਰ ਆਪ ਦਾ ਨਾਮ ਜੇਠਾ ਜੀ ਕਰਕੇ ਹੀ ਪ੍ਰਚਲਿਤ ਹੋਇਆ। ਆਪ ਦੇ ਪਿਤਾ ਹਰਦਾਸ ਜੀ ਲਾਹੌਰ ਚੂਨਾ ਮੰਡੀ ਵਿਖੇ ਹੱਟੀ ਦਾ ਧੰਦਾ ਕਰਿਆ ਕਰਦੇ ਸਨ। ਆਪ ਜੀ ਦਾ ਜੀਵਨ ਬੜਾ ਸਾਦਗੀ ਭਰਪੂਰ ਸੀ। ਭਾਈ ਜੇਠਾ ਜੀ ਦੀ ਉਮਰ ਅਜੇ ਬਹੁਤ ਹੀ ਛੋਟੀ ਸੀ ਕਿ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਅਜੇ ਉਹ 7 ਸਾਲਾਂ ਦੇ ਹੋਏ ਜਦੋਂ ਉਹਨਾਂ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਆਪ ਜੀ ਦਾ ਨਾਨਕਾ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੀ। 7 ਸਾਲ ਦੀ ਉਮਰੇ ਭਾਈ ਜੇਠਾ ਜੀ ਨੂੰ ਉਹਨਾਂ ਦੀ ਨਾਨੀ ਬਾਸਰਕੇ ਲੈ ਆਈ। ਭਾਈ ਜੇਠਾ ਜੀ ਦੇ ਨਾਨਕੇ ਘਰ ਵਿੱਚ ਵੀ ਗਰੀਬੀ ਸੀ, ਇਸ ਲਈ ਆਪ ਨੂੰ ਛੋਟੀ ਉਮਰ ਵਿੱਚ ਹੀ ਛੋਲਿਆਂ ਦੀਆਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਪਿਆ। ਸ੍ਰੀ ਗੁਰੂ ਅਮਰਦਾਸ ਜੀ ਵੀ ਬਾਸਰਕੇ ਪਿੰਡ ਦੇ ਹੀ ਸਨ। ਉਹਨਾਂ ਨੂੰ ਭਾਈ ਜੇਠਾ ਜੀ ਦੇ ਭੋਲੇਪਨ ਅਤੇ ਕਿਰਤੀ ਸੁਭਾਅ ਨੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ। ਉਸ ਸਮੇਂ ਗੋਇੰਦਵਾਲ ਨਵਾਂ ਉਸਰ ਰਿਹਾ ਸੀ। ਸ੍ਰੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਨੂੰ ਗੋਇੰਦਵਾਲ ਵਿਖੇ ਲੈ ਆਏ। ਭਾਈ ਜੇਠਾ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਹਾਜ਼ਰੀ ਭਰਦੇ, ਸੰਗਤਾਂ ਦੇ ਦਰਸ਼ਨ ਕਰਦੇ, ਲੰਗਰ ਦੀ ਸੇਵਾ ਨਿਭਾਉਂਦੇ ਅਤੇ ਫਿਰ ਆਪਣੇ ਘਰ ਵਿਹਾਰ ਵਿੱਚ ਰੁੱਝ ਜਾਂਦੇ। ਦੁਨੀਆ ਦੀਆਂ ਨਜ਼ਰਾਂ ਵਿੱਚ ਭਾਈ ਜੇਠਾ ਜੀ ਯਤੀਮ ਅਤੇ ਬੇਸਹਾਰਾ ਸਨ, ਪਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿੱਚ ਆਪ ਦਾ ਸਤਿਕਾਰ ਧਰਮੀ ਅਤੇ ਕਿਰਤੀ ਨੌਜਵਾਨ ਕਰਕੇ ਸੀ। ਇਸੇ ਲਈ ਹੀ ਜਦੋਂ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਦੀ ਪਤਨੀ ਨੇ ਘਰ ਵਿੱਚ ਇਹ ਗੱਲ ਚਲਾਈ ਕਿ ਹੁਣ ਬੀਬੀ ਭਾਨੀ ਵਿਆਹ ਦੇ ਯੋਗ ਹੋ ਗਈ ਹੈ, ਕਿਸੇ ਯੋਗ ਵਰ ਦੀ ਭਾਲ ਕਰ ਲਈ ਜਾਵੇ, ਤਾਂ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਯੋਗ ਵਰ ਜਾਣਿਆ। ਇਹ ਇੱਕ ਧਰਮੀ ਜੀਵਨ ਵਾਲੇ ਸੱਚੇ ਕਿਰਤੀ ਦਾ ਸਤਿਕਾਰ ਸੀ। ਬੀਬੀ ਭਾਨੀ ਜੀ ਆਪਣੇ ਗੁਰੂ ਪਿਤਾ ਦੀ ਸੇਵਾ ਬਹੁਤ ਚਾਅ ਦੇ ਨਾਲ ਕਰਿਆ ਕਰਦੇ ਸਨ। ਭਾਈ ਜੇਠਾ ਜੀ ਵੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਹਰ ਇੱਕ ਹੁਕਮ ਨੂੰ ਸਿਰ ਮੱਥੇ ਮੰਨਦੇ, ਸਹੁਰੇ ਦੇ ਰੂਪ ਵਿੱਚ ਨਹੀਂ ਸਗੋਂ ਸਦਾ ਹੀ ਆਪ ਨੂੰ ਸਤਿਗੁਰੂ ਦੇ ਰੂਪ ਵਿੱਚ ਦੇਖਦੇ। ਜਦ ਬੌਲੀ ਦੀ ਸੇਵਾ ਸ਼ੁਰੂ ਹੋਈ, ਜਿੱਥੇ ਬਾਕੀ ਸੰਗਤ ਟੋਕਰੀਆਂ ਢੋਣ ਦੀ ਸੇਵਾ ਕਰਦੀ ਸੀ, ਉੱਥੇ ਭਾਈ ਜੇਠਾ ਜੀ ਵੀ ਦੂਜੇ ਸਿੱਖਾਂ ਵਾਂਗ ਮਿੱਟੀ ਅਤੇ ਚੂਨੇ ਦੀ ਟੋਕਰੀ ਢੋਣ ਦੀ ਸੇਵਾ ਕਰ ਰਹੇ ਸਨ। ਇੰਨੇ ਦਿਨੀ ਭਾਈ ਜੇਠਾ ਜੀ ਦੇ ਕੁਝ ਰਿਸ਼ਤੇਦਾਰ ਲਾਹੌਰ ਤੋਂ ਗੋਇੰਦਵਾਲ ਸਾਹਿਬ ਆਏ ਤਾਂ ਅੱਗੋਂ ਭਾਈ ਜੇਠਾ ਜੀ ਸਿਰ ਉੱਪਰ ਗਾਰੇ ਦੀ ਟੋਕਰੀ ਚੁੱਕੀ ਉਹਨਾਂ ਨੂੰ ਨਜ਼ਰੀ ਪੈ ਗਏ। ਤਾਂ ਉਹਨਾਂ ਨੇ ਤੀਸਰੇ ਪਾਤਸ਼ਾਹ ਅੱਗੇ ਇਹ ਗਿਲਾ ਕੀਤਾ ਕਿ ਤੁਸੀਂ ਜਵਾਈ ਪਾਸੋਂ ਅਜਿਹੇ ਕੰਮ ਕਿਉਂ ਕਰਵਾਉਂਦੇ ਹੋ। ਇਹ ਸੁਣ ਕੇ ਭਾਈ ਜੇਠਾ ਜੀ ਨੇ ਖੁਦ ਸਤਿਗੁਰਾਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਪਾਤਸ਼ਾਹ ਇਹ ਭੁੱਲੜ ਲੋਕ ਨੇ, ਇਹਨਾਂ ਨੂੰ ਆਪ ਜੀ ਦੀ ਵਡਿਆਈ ਨਹੀਂ ਪਤਾ, ਸੋ ਇਹਨਾਂ ਨੂੰ ਮਾਫ ਕਰ ਦਿਓ। ਭਾਈ ਜੇਠਾ ਜੀ ਤੇ ਬੀਬੀ ਭਾਨੀ ਜੀ ਦੀ ਜੋੜੀ ਇੱਕ ਸਫਲ ਗ੍ਰਸਤ ਜੀਵਨ ਦਾ ਨਮੂਨਾ ਸੀ। ਆਪ ਜੀ ਦੇ ਘਰ ਸ੍ਰੀ ਗੁਰੂ ਅਰਜਨ ਦੇਵ ਜੀ, ਮਹਾਦੇਵ ਅਤੇ ਪ੍ਰਿਥੀ ਚੰਦ 3 ਸਪੁੱਤਰਾਂ ਨੇ ਜਨਮ ਲਿਆ। ਜਿੱਥੇ ਹੁਣ ਅੰਮ੍ਰਿਤਸਰ ਹੈ, ਗੁਰੂ ਅਮਰਦਾਸ ਜੀ ਦੀ ਆਗਿਆ ਦੇ ਨਾਲ ਸ੍ਰੀ ਰਾਮਦਾਸ ਜੀ ਨੇ ਸੰਤੋਖ ਸਰ ਸਰੋਵਰ ਦੀ ਸੇਵਾ ਦੀ ਖੁਦਵਾਈ ਆਰੰਭ ਕਰਵਾਈ ਅਤੇ ਫਿਰ ਇੱਕ ਨਗਰ ਦੀ ਨੀਂਹ ਵੀ ਇੱਥੇ ਰੱਖੀ। ਇਸ ਦਾ ਨਾਮ ਗੁਰੂ ਕਾ ਚੱਕ ਰੱਖਿਆ। ਬਾਅਦ ਵਿੱਚ ਇਹ ਨਗਰ ਪਹਿਲਾਂ ਚੱਕ ਰਾਮਦਾਸ ਸਰ ਦੇ ਨਾਂ ਦੇ ਨਾਲ ਮਸ਼ਹੂਰ ਹੋਇਆ ਤੇ ਫਿਰ ਅੰਮ੍ਰਿਤ ਸਰੋਵਰ ਦੇ ਕਾਰਨ ਇਹ ਅੰਮ੍ਰਿਤਸਰ ਪ੍ਰਚਲਿਤ ਹੋ ਗਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਜਾਣਦਿਆਂ ਹੋਇਆਂ ਗੁਰਗੱਦੀ ਦੇ ਉੱਪਰ ਜੋਗ ਵਾਰਸ ਨੂੰ ਸੁਭਾਇਮਾਨ ਕਰਨਾ ਸੀ। ਇਸ ਪਰਖ ਵਿੱਚ ਰਾਮਦਾਸ ਜੀ ਪੂਰੇ ਉਤਰੇ ਅਤੇ ਭਰੀ ਸੰਗਤ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਅੱਗੇ ਪਹਿਲਾਂ ਆਪ ਮੱਥਾ ਟੇਕਿਆ ਤੇ ਗੁਰਗੱਦੀ ਸੌਂਪੀ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਬੇਹੱਦ ਵੈਰਾਗ ਦੀ ਅਵਸਥਾ ਵਿੱਚ ਆ ਗਏ। ਆਪ ਕਹਿਣ ਲੱਗੇ, ਸਤਿਗੁਰੂ ਜੀ, ਤੁਸੀਂ ਜਾਣਦੇ ਹੀ ਹੋ ਕਿ ਮੈਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਨਿਆਸਰਾ ਹੋ ਕੇ ਨਿਕਲਿਆ ਸੀ। ਤੁਸੀਂ ਇੰਨੀ ਰਹਿਮਤ ਕੀਤੀ, ਇੰਨਾ ਤਰਸ ਕੀਤਾ, ਮੈਨੂੰ ਆਪਣੀ ਕਿਰਪਾ ਦਾ ਪਾਤਰ ਬਣਾ ਕੇ ਇਹ ਵਡਿਆਈਆਂ ਬਖਸ਼ੀਆਂ। ਇਸ ਭਾਵਨਾ ਦਾ ਰੂਪ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵੀ ਮਿਲਦਾ ਹੈ। ਆਪ ਜੀ ਦਾ ਫਰਮਾਨ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸ੍ਰੀ ਗੁਰੂ ਰਾਮਦਾਸ ਜੀ ਦਾ ਜੋ ਗੁਰਿਆਈ ਦਾ ਸਮਾਂ ਹੈ, ਉਹ ਸਿੱਖ ਇਤਿਹਾਸ ਵਿੱਚ ਇੱਕ ਬੜਾ ਹੀ ਮਹੱਤਵਪੂਰਨ ਸਮਾਂ ਹੈ। ਇਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਸਿੱਖ ਪੰਥ ਨੇ ਕਾਫੀ ਜ਼ਿਆਦਾ ਵਿਕਾਸ ਕਰ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਨੂੰ ਮੁੱਖ ਰੱਖ ਕੇ ਆਪ ਇੱਕ ਸਰਬ ਸਾਂਝਾ ਸਮਾਜ ਪ੍ਰਫੁੱਲਤ ਕਰਨਾ ਚਾਹੁੰਦੇ ਸਨ। ਸੋ ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਵੱਖ-ਵੱਖ 52 ਜਾਤਾਂ ਅਤੇ ਕਿੱਤਿਆਂ ਦੇ ਲੋਕਾਂ ਨੂੰ ਨਵੇਂ ਨਗਰ ਵਿੱਚ ਵਸਾਇਆ।
ਇਸ ਤਰ੍ਹਾਂ ਸਭਨਾਂ ਦੇ ਮਨ ਵਿੱਚ ਏਕਤਾ ਅਤੇ ਕੌਮੀਅਤ ਦੀ ਭਾਵਨਾ ਪੈਦਾ ਹੋਈ ਅਤੇ ਇਹ ਸ਼ਹਿਰ ਹੌਲੀ-ਹੌਲੀ ਬਹੁਤ ਵੱਡਾ ਧਾਰਮਿਕ ਅਤੇ ਵਪਾਰਕ ਕੇਂਦਰ ਬਣ ਗਿਆ। ਧਰਮ ਦਾ ਪ੍ਰਚਾਰ ਕਰਨ ਅਤੇ ਗੁਰਸਿੱਖਾਂ ਵੱਲੋਂ ਧਰਮ ਦੀ ਕਿਰਤ ਵਿੱਚੋਂ ਗੁਰੂ ਘਰ ਲਈ ਦੇਣ ਵਾਲੇ ਧਨ ਦੀ ਉਗਰਾਹੀ ਲਈ ਆਪ ਨੇ ਮਸੰਦਾਂ ਦੀ ਸਥਾਪਨਾ ਕੀਤੀ। ਇਹਨਾਂ ਮਸੰਦਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਇਹ ਆਪਣੇ ਇਲਾਕੇ ਵਿੱਚ ਧਰਮ ਦਾ ਪ੍ਰਚਾਰ ਵੀ ਕਰਦੇ ਸਨ ਤੇ ਸੰਗਤ ਦੀ ਜਿਹੜੀ ਦਸਵੰਧ ਰੂਪੀ ਕਾਰ ਭੇਟਾ ਸੀ ਉਹ ਗੁਰੂ ਘਰ ਪਹੁੰਚਾਉਂਦੇ ਸਨ। ਇਸ ਦਾ ਮਕਸਦ ਸੀ ਕਿ ਸਾਂਝੇ ਤੇ ਕੌਮੀ ਕਾਰਜਾਂ ਦੇ ਲਈ ਸਾਂਝੀ ਗੋਲਕ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੀ ਰਹਿਣੀ ਪੱਕਿਆਂ ਕੀਤੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਇਸ ਸ਼ਬਦ ਵਿੱਚ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਬਾਣੀ ਦਾ ਜਾਪ ਕਰਨਾ, ਬਹਿੰਦਿਆਂ ਉੱਠਦਿਆਂ ਪ੍ਰਭੂ ਨੂੰ ਯਾਦ ਕਰਨਾ, ਉਸ ਪਰਿਪੂਰਨ ਪਰਮਾਤਮਾ ਨੂੰ ਮੰਨਣਾ ਆਦਿ ਸਿੱਖ ਦੀ ਜੀਵਨ ਜਾਂਚ ਤੇ ਰਹਿਤ ਬਿਆਨ ਕੀਤੀ ਹੋਈ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਪਹਿਲੇ 3 ਗੁਰੂ ਸਾਹਿਬਾਨਾਂ ਅਤੇ ਹੋਰ 71 ਬਾਣੀ ਦੀ ਸੰਭਾਲ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਆਪਣੀ ਬਾਣੀ ਵੀ 30 ਰਾਗਾਂ ਵਿੱਚ ਰਚੀ। ਆਪ ਜੀ ਸੰਗੀਤ ਅਤੇ ਕਾਵ ਦੇ ਮਹਾਨ ਗਿਆਤਾ ਸਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸੋ ਅੱਜ ਅਸੀਂ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਪਰਉਪਕਾਰ ਕਰਨ ਦਾ ਯਤਨ ਕਰੀਏ। ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕਰਦਿਆਂ ਹੋਇਆਂ ਇੰਨਾ ਕੁ ਅੱਗੇ ਜਾਈਏ ਕਿ ਘੱਟੋ ਘੱਟ ਅਸੀਂ ਆਪਣੇ ਦਸਵੰਧ ਦੇ ਨਾਲ ਗਰੀਬਾਂ ਲੋੜਵੰਦਾਂ ਦਾ ਢਿੱਡ ਜ਼ਰੂਰ ਭਰ ਸਕੀਏ, ਉਹਨਾਂ ਦੀ ਆਰਥਿਕ ਮਦਦ ਜ਼ਰੂਰ ਕਰ ਸਕੀਏ ਤੇ ਉਹਨਾਂ ਨੂੰ ਰੂਹਾਨੀਅਤ ਤ੍ਰਿਪਤੀ ਦਾ ਆਧਾਰ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਨਾ ਵੀ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰੇ ਜਿਨ ਸੇ ਆਤਨੇ ਸਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਦੇ ਵਾਸੀ ਸ੍ਰੀ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਪੰਜਾਬੀ ਸੱਭਿਆਚਾਰ ਵਿੱਚ ਪਲੇਠੇ ਭਾਵ ਕਿ ਪਹਿਲੇ ਪੁੱਤਰ ਨੂੰ ਜੇਠਾ ਪੁੱਤਰ ਵੀ ਕਿਹਾ ਜਾਂਦਾ ਹੈ। ਮਾਪਿਆਂ ਨੇ ਪੁੱਤਰ ਦਾ ਨਾਂ ਭਾਵੇਂ ਰਾਮਦਾਸ ਰੱਖਿਆ, ਪਰ ਆਪ ਦਾ ਨਾਮ ਜੇਠਾ ਜੀ ਕਰਕੇ ਹੀ ਪ੍ਰਚਲਿਤ ਹੋਇਆ। ਆਪ ਦੇ ਪਿਤਾ ਹਰਦਾਸ ਜੀ ਲਾਹੌਰ ਚੂਨਾ ਮੰਡੀ ਵਿਖੇ ਹੱਟੀ ਦਾ ਧੰਦਾ ਕਰਿਆ ਕਰਦੇ ਸਨ। ਆਪ ਜੀ ਦਾ ਜੀਵਨ ਬੜਾ ਸਾਦਗੀ ਭਰਪੂਰ ਸੀ। ਭਾਈ ਜੇਠਾ ਜੀ ਦੀ ਉਮਰ ਅਜੇ ਬਹੁਤ ਹੀ ਛੋਟੀ ਸੀ ਕਿ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਅਜੇ ਉਹ 7 ਸਾਲਾਂ ਦੇ ਹੋਏ ਜਦੋਂ ਉਹਨਾਂ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਆਪ ਜੀ ਦਾ ਨਾਨਕਾ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੀ। 7 ਸਾਲ ਦੀ ਉਮਰੇ ਭਾਈ ਜੇਠਾ ਜੀ ਨੂੰ ਉਹਨਾਂ ਦੀ ਨਾਨੀ ਬਾਸਰਕੇ ਲੈ ਆਈ। ਭਾਈ ਜੇਠਾ ਜੀ ਦੇ ਨਾਨਕੇ ਘਰ ਵਿੱਚ ਵੀ ਗਰੀਬੀ ਸੀ, ਇਸ ਲਈ ਆਪ ਨੂੰ ਛੋਟੀ ਉਮਰ ਵਿੱਚ ਹੀ ਛੋਲਿਆਂ ਦੀਆਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਪਿਆ। ਸ੍ਰੀ ਗੁਰੂ ਅਮਰਦਾਸ ਜੀ ਵੀ ਬਾਸਰਕੇ ਪਿੰਡ ਦੇ ਹੀ ਸਨ। ਉਹਨਾਂ ਨੂੰ ਭਾਈ ਜੇਠਾ ਜੀ ਦੇ ਭੋਲੇਪਨ ਅਤੇ ਕਿਰਤੀ ਸੁਭਾਅ ਨੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ। ਉਸ ਸਮੇਂ ਗੋਇੰਦਵਾਲ ਨਵਾਂ ਉਸਰ ਰਿਹਾ ਸੀ। ਸ੍ਰੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਨੂੰ ਗੋਇੰਦਵਾਲ ਵਿਖੇ ਲੈ ਆਏ। ਭਾਈ ਜੇਠਾ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਹਾਜ਼ਰੀ ਭਰਦੇ, ਸੰਗਤਾਂ ਦੇ ਦਰਸ਼ਨ ਕਰਦੇ, ਲੰਗਰ ਦੀ ਸੇਵਾ ਨਿਭਾਉਂਦੇ ਅਤੇ ਫਿਰ ਆਪਣੇ ਘਰ ਵਿਹਾਰ ਵਿੱਚ ਰੁੱਝ ਜਾਂਦੇ। ਦੁਨੀਆ ਦੀਆਂ ਨਜ਼ਰਾਂ ਵਿੱਚ ਭਾਈ ਜੇਠਾ ਜੀ ਯਤੀਮ ਅਤੇ ਬੇਸਹਾਰਾ ਸਨ, ਪਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿੱਚ ਆਪ ਦਾ ਸਤਿਕਾਰ ਧਰਮੀ ਅਤੇ ਕਿਰਤੀ ਨੌਜਵਾਨ ਕਰਕੇ ਸੀ। ਇਸੇ ਲਈ ਹੀ ਜਦੋਂ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਦੀ ਪਤਨੀ ਨੇ ਘਰ ਵਿੱਚ ਇਹ ਗੱਲ ਚਲਾਈ ਕਿ ਹੁਣ ਬੀਬੀ ਭਾਨੀ ਵਿਆਹ ਦੇ ਯੋਗ ਹੋ ਗਈ ਹੈ, ਕਿਸੇ ਯੋਗ ਵਰ ਦੀ ਭਾਲ ਕਰ ਲਈ ਜਾਵੇ, ਤਾਂ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਯੋਗ ਵਰ ਜਾਣਿਆ। ਇਹ ਇੱਕ ਧਰਮੀ ਜੀਵਨ ਵਾਲੇ ਸੱਚੇ ਕਿਰਤੀ ਦਾ ਸਤਿਕਾਰ ਸੀ। ਬੀਬੀ ਭਾਨੀ ਜੀ ਆਪਣੇ ਗੁਰੂ ਪਿਤਾ ਦੀ ਸੇਵਾ ਬਹੁਤ ਚਾਅ ਦੇ ਨਾਲ ਕਰਿਆ ਕਰਦੇ ਸਨ। ਭਾਈ ਜੇਠਾ ਜੀ ਵੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਹਰ ਇੱਕ ਹੁਕਮ ਨੂੰ ਸਿਰ ਮੱਥੇ ਮੰਨਦੇ, ਸਹੁਰੇ ਦੇ ਰੂਪ ਵਿੱਚ ਨਹੀਂ ਸਗੋਂ ਸਦਾ ਹੀ ਆਪ ਨੂੰ ਸਤਿਗੁਰੂ ਦੇ ਰੂਪ ਵਿੱਚ ਦੇਖਦੇ। ਜਦ ਬੌਲੀ ਦੀ ਸੇਵਾ ਸ਼ੁਰੂ ਹੋਈ, ਜਿੱਥੇ ਬਾਕੀ ਸੰਗਤ ਟੋਕਰੀਆਂ ਢੋਣ ਦੀ ਸੇਵਾ ਕਰਦੀ ਸੀ, ਉੱਥੇ ਭਾਈ ਜੇਠਾ ਜੀ ਵੀ ਦੂਜੇ ਸਿੱਖਾਂ ਵਾਂਗ ਮਿੱਟੀ ਅਤੇ ਚੂਨੇ ਦੀ ਟੋਕਰੀ ਢੋਣ ਦੀ ਸੇਵਾ ਕਰ ਰਹੇ ਸਨ। ਇੰਨੇ ਦਿਨੀ ਭਾਈ ਜੇਠਾ ਜੀ ਦੇ ਕੁਝ ਰਿਸ਼ਤੇਦਾਰ ਲਾਹੌਰ ਤੋਂ ਗੋਇੰਦਵਾਲ ਸਾਹਿਬ ਆਏ ਤਾਂ ਅੱਗੋਂ ਭਾਈ ਜੇਠਾ ਜੀ ਸਿਰ ਉੱਪਰ ਗਾਰੇ ਦੀ ਟੋਕਰੀ ਚੁੱਕੀ ਉਹਨਾਂ ਨੂੰ ਨਜ਼ਰੀ ਪੈ ਗਏ। ਤਾਂ ਉਹਨਾਂ ਨੇ ਤੀਸਰੇ ਪਾਤਸ਼ਾਹ ਅੱਗੇ ਇਹ ਗਿਲਾ ਕੀਤਾ ਕਿ ਤੁਸੀਂ ਜਵਾਈ ਪਾਸੋਂ ਅਜਿਹੇ ਕੰਮ ਕਿਉਂ ਕਰਵਾਉਂਦੇ ਹੋ। ਇਹ ਸੁਣ ਕੇ ਭਾਈ ਜੇਠਾ ਜੀ ਨੇ ਖੁਦ ਸਤਿਗੁਰਾਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਪਾਤਸ਼ਾਹ ਇਹ ਭੁੱਲੜ ਲੋਕ ਨੇ, ਇਹਨਾਂ ਨੂੰ ਆਪ ਜੀ ਦੀ ਵਡਿਆਈ ਨਹੀਂ ਪਤਾ, ਸੋ ਇਹਨਾਂ ਨੂੰ ਮਾਫ ਕਰ ਦਿਓ। ਭਾਈ ਜੇਠਾ ਜੀ ਤੇ ਬੀਬੀ ਭਾਨੀ ਜੀ ਦੀ ਜੋੜੀ ਇੱਕ ਸਫਲ ਗ੍ਰਸਤ ਜੀਵਨ ਦਾ ਨਮੂਨਾ ਸੀ। ਆਪ ਜੀ ਦੇ ਘਰ
ਸ੍ਰੀ ਗੁਰੂ ਅਰਜਨ ਦੇਵ ਜੀ, ਮਹਾਦੇਵ ਅਤੇ ਪ੍ਰਿਥੀ ਚੰਦ 3 ਸਪੁੱਤਰਾਂ ਨੇ ਜਨਮ ਲਿਆ। ਜਿੱਥੇ ਹੁਣ ਅੰਮ੍ਰਿਤਸਰ ਹੈ, ਗੁਰੂ ਅਮਰਦਾਸ ਜੀ ਦੀ ਆਗਿਆ ਦੇ ਨਾਲ ਸ੍ਰੀ ਰਾਮਦਾਸ ਜੀ ਨੇ ਸੰਤੋਖਸਰ ਸਰੋਵਰ ਦੀ ਸੇਵਾ ਦੀ ਖੁਦਵਾਈ ਆਰੰਭ ਕਰਵਾਈ ਅਤੇ ਫਿਰ ਇੱਕ ਨਗਰ ਦੀ ਨੀਂਹ ਵੀ ਇੱਥੇ ਰੱਖੀ। ਇਸ ਦਾ ਨਾਮ ਗੁਰੂ ਕਾ ਚੱਕ ਰੱਖਿਆ। ਬਾਅਦ ਵਿੱਚ ਇਹ ਨਗਰ ਪਹਿਲਾਂ ਚੱਕ ਰਾਮਦਾਸ ਸਰ ਦੇ ਨਾਂ ਦੇ ਨਾਲ ਮਸ਼ਹੂਰ ਹੋਇਆ ਤੇ ਫਿਰ ਅੰਮ੍ਰਿਤ ਸਰੋਵਰ ਦੇ ਕਾਰਨ ਇਹ ਅੰਮ੍ਰਿਤਸਰ ਪ੍ਰਚਲਿਤ ਹੋ ਗਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਜਾਣਦਿਆਂ ਹੋਇਆਂ ਗੁਰਗੱਦੀ ਦੇ ਉੱਪਰ ਜੋਗ ਵਾਰਸ ਨੂੰ ਸੁਭਾਇਮਾਨ ਕਰਨਾ ਸੀ। ਇਸ ਪਰਖ ਵਿੱਚ ਰਾਮਦਾਸ ਜੀ ਪੂਰੇ ਉਤਰੇ ਅਤੇ ਭਰੀ ਸੰਗਤ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਅੱਗੇ ਪਹਿਲਾਂ ਆਪ ਮੱਥਾ ਟੇਕਿਆ ਤੇ ਗੁਰਗੱਦੀ ਸੌਂਪੀ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਬੇਹੱਦ ਵੈਰਾਗ ਦੀ ਅਵਸਥਾ ਵਿੱਚ ਆ ਗਏ। ਆਪ ਕਹਿਣ ਲੱਗੇ, ਸਤਿਗੁਰੂ ਜੀ, ਤੁਸੀਂ ਜਾਣਦੇ ਹੀ ਹੋ ਕਿ ਮੈਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਨਿਆਸਰਾ ਹੋ ਕੇ ਨਿਕਲਿਆ ਸੀ। ਤੁਸੀਂ ਇੰਨੀ ਰਹਿਮਤ ਕੀਤੀ, ਇੰਨਾ ਤਰਸ ਕੀਤਾ, ਮੈਨੂੰ ਆਪਣੀ ਕਿਰਪਾ ਦਾ ਪਾਤਰ ਬਣਾ ਕੇ ਇਹ ਵਡਿਆਈਆਂ ਬਖਸ਼ੀਆਂ। ਇਸ ਭਾਵਨਾ ਦਾ ਰੂਪ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵੀ ਮਿਲਦਾ ਹੈ। ਆਪ ਜੀ ਦਾ ਫਰਮਾਨ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸ੍ਰੀ ਗੁਰੂ ਰਾਮਦਾਸ ਜੀ ਦਾ ਜੋ ਗੁਰਿਆਈ ਦਾ ਸਮਾਂ ਹੈ, ਉਹ ਸਿੱਖ ਇਤਿਹਾਸ ਵਿੱਚ ਇੱਕ ਬੜਾ ਹੀ ਮਹੱਤਵਪੂਰਨ ਸਮਾਂ ਹੈ। ਇਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਸਿੱਖ ਪੰਥ ਨੇ ਕਾਫੀ ਜ਼ਿਆਦਾ ਵਿਕਾਸ ਕਰ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਨੂੰ ਮੁੱਖ ਰੱਖ ਕੇ ਆਪ ਇੱਕ ਸਰਬ ਸਾਂਝਾ ਸਮਾਜ ਪ੍ਰਫੁੱਲਤ ਕਰਨਾ ਚਾਹੁੰਦੇ ਸਨ। ਸੋ ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਵੱਖ-ਵੱਖ 52 ਜਾਤਾਂ ਅਤੇ ਕਿੱਤਿਆਂ ਦੇ ਲੋਕਾਂ ਨੂੰ ਨਵੇਂ ਨਗਰ ਵਿੱਚ ਵਸਾਇਆ। ਇਸ ਤਰ੍ਹਾਂ ਸਭਨਾਂ ਦੇ ਮਨ ਵਿੱਚ ਏਕਤਾ ਅਤੇ ਕੌਮੀਅਤ ਦੀ ਭਾਵਨਾ ਪੈਦਾ ਹੋਈ ਅਤੇ ਇਹ ਸ਼ਹਿਰ ਹੌਲੀ-ਹੌਲੀ ਬਹੁਤ ਵੱਡਾ ਧਾਰਮਿਕ ਅਤੇ ਵਪਾਰਕ ਕੇਂਦਰ ਬਣ ਗਿਆ। ਧਰਮ ਦਾ ਪ੍ਰਚਾਰ ਕਰਨ ਅਤੇ ਗੁਰਸਿੱਖਾਂ ਵੱਲੋਂ ਧਰਮ ਦੀ ਕਿਰਤ ਵਿੱਚੋਂ ਗੁਰੂ ਘਰ ਲਈ ਦੇਣ ਵਾਲੇ ਧਨ ਦੀ ਉਗਰਾਹੀ ਲਈ ਆਪ ਨੇ ਮਸੰਦਾਂ ਦੀ ਸਥਾਪਨਾ ਕੀਤੀ। ਇਹਨਾਂ ਮਸੰਦਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਇਹ ਆਪਣੇ ਇਲਾਕੇ ਵਿੱਚ ਧਰਮ ਦਾ ਪ੍ਰਚਾਰ ਵੀ ਕਰਦੇ ਸਨ ਤੇ ਸੰਗਤ ਦੀ ਜਿਹੜੀ ਦਸਵੰਧ ਰੂਪੀ ਕਾਰ ਭੇਟਾ ਸੀ ਉਹ ਗੁਰੂ ਘਰ ਪਹੁੰਚਾਉਂਦੇ ਸਨ। ਇਸ ਦਾ ਮਕਸਦ ਸੀ ਕਿ ਸਾਂਝੇ ਤੇ ਕੌਮੀ ਕਾਰਜਾਂ ਦੇ ਲਈ ਸਾਂਝੀ ਗੋਲਕ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੀ ਰਹਿਣੀ ਪੱਕਿਆਂ ਕੀਤੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਇਸ ਸ਼ਬਦ ਵਿੱਚ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਬਾਣੀ ਦਾ ਜਾਪ ਕਰਨਾ, ਬਹਿੰਦਿਆਂ ਉੱਠਦਿਆਂ ਪ੍ਰਭੂ ਨੂੰ ਯਾਦ ਕਰਨਾ, ਉਸ ਪਰਿਪੂਰਨ ਪਰਮਾਤਮਾ ਨੂੰ ਮੰਨਣਾ ਆਦਿ ਸਿੱਖ ਦੀ ਜੀਵਨ ਜਾਂਚ ਤੇ ਰਹਿਤ ਬਿਆਨ ਕੀਤੀ ਹੋਈ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਪਹਿਲੇ 3 ਗੁਰੂ ਸਾਹਿਬਾਨਾਂ ਅਤੇ ਹੋਰ 71 ਬਾਣੀ ਦੀ ਸੰਭਾਲ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਆਪਣੀ ਬਾਣੀ ਵੀ 30 ਰਾਗਾਂ ਵਿੱਚ ਰਚੀ। ਆਪ ਜੀ ਸੰਗੀਤ ਅਤੇ ਕਾਵਿ ਦੇ ਮਹਾਨ ਗਿਆਤਾ ਸਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸੋ ਅੱਜ ਅਸੀਂ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਪਰਉਪਕਾਰ ਕਰਨ ਦਾ ਯਤਨ ਕਰੀਏ। ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕਰਦਿਆਂ ਹੋਇਆਂ ਇੰਨਾ ਕੁ ਅੱਗੇ ਜਾਈਏ ਕਿ ਘੱਟੋ ਘੱਟ ਅਸੀਂ ਆਪਣੇ ਦਸਵੰਧ ਦੇ ਨਾਲ ਗਰੀਬਾਂ ਲੋੜਵੰਦਾਂ ਦਾ ਢਿੱਡ ਜ਼ਰੂਰ ਭਰ ਸਕੀਏ, ਉਹਨਾਂ ਦੀ ਆਰਥਿਕ ਮਦਦ ਜ਼ਰੂਰ ਕਰ ਸਕੀਏ ਤੇ ਉਹਨਾਂ ਨੂੰ ਰੂਹਾਨੀਅਤ ਤ੍ਰਿਪਤੀ ਦਾ ਆਧਾਰ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਨਾ ਵੀ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।